बिस्मिल्लाहिर्रहमानिर्रहीम अस्सलामुअलैकुम दोस्तों, क्या हाल चाल हैं। मैं उम्मीद करता हूं कि मेरे तमाम दोस्त खैरियत से होंगे। मैं तारक चौधरी, आप देख रहे हैं मुझे अज़ीज़ कैटल फार्म एंड प्लाई सेंटर हासलपुर से। आज बकरियों को चराई के लिए हम लेके नहीं जाएंगे। आज 8 जुलाई है और दिन है मंगल का। इस दिन हमारी ज़राई ज़मीन को जो फसल है इसको पानी हम लगा देते हैं। तो आज जो इनका चारा है इस साइड पे भी उस साइड पे दो जगह पे है ना, दोनों जगह के ऊपर हम पानी लगा देंगे और हम इनको नहीं लेके जाएंगे। शाम तक देखेंगे, अगर खुश्क हो गया तो फिर कल को या शाम को रह जाएंगे। फिलहाल आज का दिन नहीं जाएंगी। तो कई दोस्तों ने ना मेरे थले कमेंट्स किए हुए कि तारक भाई तुसी बकरियां चो हुण तक की कमाया। तो अज मैं तुहानूं ये भी शेयर कर देना कि की कमाया की नहीं कमाया। मैं ना प्रॉपर इनू हले डॉक्यूमेंटेड नहीं किया, लिखिया नहीं, प्रॉपर नहीं लिखिया कि किन्नी साढ़े को डाटा है इन्हां दा कि जानवर हट कि डाटा साढ़े को है कि इन्हां जिहड़े जानवर आ साढ़े कोले इन्नी साड़ी परचेजिंग आ, इन्हां ने इन्ने बच्चे दिते ने और खर्चा इन्ना ज़्यादा नहीं नोट नहीं किया असी। ਉਹਦੀ ਵਜ੍ਹਾ ਇਹ ਹੈ ਨਾ ਕਿ ਅਸੀਂ ਹਜੇ ਇਹਦੀ ਆਮਦਨ ਨੂੰ ਅਲੱਗ ਨਹੀਂ ਕੀਤਾ, ਕੋਈ ਅਕਾਊਂਟ ਇਹਨਾਂ ਦਾ ਅਲੱਗ ਨਹੀਂ ਬਣਾਇਆ। ਜਦੋਂ ਅਸੀਂ ਪ੍ਰੋਪਰ ਹੋ ਗਿਆ ਕਿ ਹਾਂ ਹੁਣ ਦੇਖੋ ਕਿ ਇਹ ਇਹਨਾਂ ਨੇ ਸਾਨੂੰ ਕੀ ਕਮਾ ਕੇ ਦਿੱਤਾ, ਫਿਰ ਇਹਨਾਂ ਦਾ ਟੋਟਲ ਜਿਹੜਾ ਡੇਲੀ ਬੇਸ ਦੇ ਉੱਪਰ ਇਹਨਾਂ ਨੇ ਖਾਣਾ ਵਾ ਫਾਰਮ 'ਚੋਂ ਜਾਂ ਜ਼ਰਾਈ ਜ਼ਮੀਨ ਦੇ ਉੱਪਰ ਜਿਹੜੇ ਖਰਚੇ ਆ ਰਹੇ ਜਿੱਥੇ ਚਾਰਾ ਖਾਂਦੇ ਆ, ਉਹਨੂੰ ਅਸੀਂ ਅਲੱਗ ਤੋਂ ਨੋਟ ਕਰਾਂਗੇ ਕਿ ਠੀਕ ਆ ਇੰਨਾ ਖਰਚਾ ਜਿਹੜਾ ਜ਼ਮੀਨ ਦੇ ਉੱਤੇ ਆ ਰਿਹਾ। और या फार्म पर अगर असं इन्होंने वंडा खिला रहे हैं या सब्ज़ चारा दे रहे हैं, वो की कॉस्ट आ रही है, लेबर की कॉस्ट आ रही है, मेडिसन की कॉस्ट आ रही है, शैड के जोड़े अखराजात शैड तो साढ़ा अपना, लेकिन फिर भी चीज़ा टुटदियाँ भजदियाँ बथेरियाँ ने। वो सारे जोड़े खर्चे होंगे ने एक फार्म के ना, वो कैलकुलेट फिर बाद होंगे। फिलहाल असी कोई खर्चा कैलकुलेट नहीं कर रहे, फिलहाल असी इन्होंने ये दे रहे हैं, ग्रोथ कर रहे हैं। बकरियाँ भी नवियाँ खरीद रहे हैं आए दिन, जो मिलदियाँ ने वो असी खरीद के अपने फार्म के उन्होंने ऐड कर ले जाने। लेकिन अगर क्योंकि सानू 4 साल हो गए ने, असी इस स्टैप नूं अगे लैके तां ही वधे सी कि सानू पहले जिहड़ियां 3-4 बकरियां तो असी स्टार्ट किया सी, उन्हां दे विच सानू अच्छा नफ़ा नज़र आया सी कि यार ये अच्छा नफ़ा दे रही हैं। फिर वो 8 हो गई, 10 हो गई, फिर 15 हो गई, 20 हो गई। असी आहिस्ता आहिस्ता वधाउंदे गए। कुछ इन्हां दे विच बच्चे जिहड़े आ वो माशाअल्लाह मतलब कि तैयार हुंदे गए नाल। विचों हुण कई पट्ठा ऐसियां वा ਜਿਹੜੀਆਂ ਇੱਥੇ ਹੀ ਪੈਦਾ ਹੋ ਕੇ ਉਹ ਹੁਣ ਗਾਂ ਅੱਗੇ ਬੱਚੇ ਦੇ ਰਹੀਆਂ ਮਾਸ਼ਾਅੱਲਾ, ਔਰ ਉਹਨਾਂ ਨੇ 4-4 5-5 ਦੇ ਵੀ ਦਿੱਤੇ। ਤੇ ਜਿਹੜੇ ਬੱਕਰੇ ਹੁੰਦੇ ਆ ਉਹ ਕੁਰਬਾਨੀ ਤੇ ਅਸੀਂ ਸੇਲ ਕਰ ਦੇਈਦੇ। ਵੀਡੀਓ ਤੁਸੀਂ ਸਾਡੇ ਫਾਰਮ ਦੇ ਬੱਕਰਿਆਂ ਦੀ ਸ਼ਾਇਦ ਨਾ ਹੀ ਦੇਖੀ ਹੋਵੇ। ਉਹਦੀ ਵਜ੍ਹਾ ਇਹ ਹੈ ਕਿ ਕੁਝ ਨਾ ਜਿਹੜੇ ਇੰਟਰਨੈਟ ਇੰਨੇ ਹੈ ਵੀ ਨਹੀਂ ਸੀਗੇ। ਇਸ ਸਾਲ ਜਿਹੜੇ ਸਾਡੇ ਕੋਲ ਤਕਰੀਬਨ 8 ਬੱਕਰੇ ਹੋ ਸਕਦੇ ਆ ਜਿਹੜੇ ਕੁਰਬਾਨੀ ਲੱਗਣਗੇ ਹੈ ਨਾ 2026 ਦੀ ਕੁਰਬਾਨੀ ਦੇ ਉੱਤੇ ਜਿਹੜੇ ਤਿਆਰ ਹੋਣਗੇ ਸਾਡੇ ਫਾਰਮ ਦੇ 8 ਬੱਕਰੇ ਤਕਰੀਬਨ ਮੈਨੂੰ ਨਜ਼ਰ ਆ ਰਿਹਾ ਕਿ ਹੋ ਜਾਣਗੇ ਦੋ ਦਮ। ਤੇ ਉਹ ਅਗਰ 50-60 ਹਜ਼ਾਰ ਦਾ ਵੀ ਲਾਓ ਤੁਸੀਂ, ਅਗਰ ਮੈਂ ਇਹਨੂੰ ਸੇਲ ਕਰਾਂ ਤੇ ਮੇਰਾ ਖਿਆਲ ਆ ਉਹ 4 ਲੱਖ ਬਣ ਗਿਆ, ਤਕਰੀਬਨ 4 ਲੱਖ ਰੁਪਈਆ ਬਣ ਜਾਏਗਾ। ਤੇ ਇਹਨਾਂ ਬੱਕਰੀਆਂ ਦਾ 4 ਲੱਖ ਰੁਪਏ ਸਾਲ ਦਾ ਖਰਚਾ ਨਹੀਂ ਹੋਣਾ ਸਬਜ਼ ਚਾਰੇ ਦੇ ਨਾਲ। ਕੱਲੀਆਂ ਬੱਕਰੀਆਂ ਦੀ ਮੈਂ ਗੱਲ ਕਰ ਰਿਹਾ। ਜਿਹੜੇ ਬੱਕਰੇ ਆ ਪਲਾਈ ਵਾਲੇ ਉਹਨਾਂ ਨੂੰ ਵੱਡਾ ਐਕਸਟਰਾ ਦੇਣਾ ਪੈਂਦਾ, ਉਹਨਾਂ ਦੇ ਉੱਤੇ ਐਕਸਟਰਾ ਖਰਚਾ ਪੈਂਦਾ। ਉਹਨਾਂ ਦੇ ਵਿੱਚੋਂ ਬਸ ਉਹ ਖੂਹ ਦੀ ਮਿੱਟੀ ਖੂਹ 'ਚ ਰਹਿ ਜਾਂਦੀ ਹੈ। ਉਹ ਐਡਾ ਕੋਈ ਬੱਚਤ ਨਹੀਂ ਹੈਗੀ ਸਾਨੂੰ ਇਹਦੇ ਵਿੱਚ। 200 ਰੁਪਏ ਇੱਕ ਦਿਨ ਦਾ ਖਰਚਾ ਲੈ ਰਹੇ ਹਾਂ ਬੱਕਰੇ ਦਾ ਅਸੀਂ ਭਲਾਈ ਦਾ। ਉਹ ਆਲਮੋਸਟ ਤਕਰੀਬਨ ਕਿਲੋ 1.5 ਕਿਲੋ ਹੁਣ ਥੋੜ੍ਹਾ ਘੱਟ ਖਾਂਦਾ ਵੰਡਾ ਛੋਟਾ ਹੁੰਦਾ। ਤੇ ਜਦੋਂ ਜ਼ਰਾ ਵੱਡਾ ਹੋ ਜਾਂਦਾ ਉਦੋਂ ਮਾਸ਼ਾਅੱਲਾ ਉਹਦਾ ਵੱਧ ਜਾਂਦਾ, ਸਬਜ਼ ਚਾਰਾ ਵੀ ਵੱਧ ਜਾਂਦਾ, ਮੈਡੀਸਨ ਇਹ ਉਹ ਲੁੱਕ ਆਫਟਰ ਜ਼ਿਆਦਾ। ਤੇ ਬੱਕਰੀਆਂ ਨੂੰ ਅਸੀਂ ਜਿਹੜਾ ਵਾ ਉਹ ਸਰਦੀਆਂ 'ਚ ਵੰਡਾ ਦੇਈਦਾ ਵਾ। ਤਕਰੀਬਨ ਜ਼ਿਆਦਾ ਵੰਡਾ ਦੇ ਉੱਪਰ ਹੀ ਕਰਦੇ ਆ ਕਿਉਂਕਿ ਉਸ ਟਾਈਮ ਆ ਹੋ ਜਾਂਦਾ ਵਾ ਕਿ ਅੰਦਰ ਪਿਸ਼ਾਬ ਸਾਡਾ ਆ ਜਗ੍ਹਾ ਸਹੀ ਨਹੀਂ ਹੈਗੀ। ਆ ਜਿਹੜੀ ਜਗ੍ਹਾ ਵਾ ਨਾ ਇਹ ਹੋਣੀ ਚਾਹੀਦੀ ਆ ਮਸ਼ਰਕ ਮਗਰਬ ਇਸ ਤਰੀਕੇ ਨਾਲ। ਜਿਵੇਂ ਉਹ ਸਾਹਮਣੇ ਸ਼ੈੱਡ ਆ ਉਹ ਵੱਡਾ ਇਸ ਸਿਮਨ ਦੇ ਉੱਤੇ ਸ਼ੈੱਡ ਬਣਿਆ ਹੋਏਗਾ ਨਾ, ਫਿਰ ਤੁਸੀਂ ਥੋੜ੍ਹਾ ਜਿਹਾ ਖਰਚਾ ਹੋਰ ਵੀ ਮੈਨੇਜ ਕਰ ਸਕਦੇ ਆ। ਕਈ ਕਿਸਮ ਦੇ ਖਰਚੇ ਤੁਹਾਡੇ ਬਚਦੇ ਨੇ ਜਦੋਂ ਬਿਲਡਿੰਗ ਗਲਤ ਬਣੀ ਹੋਏਗੀ। ਅਸਲ 'ਚ ਬੱਕਰੀਆਂ ਵਾਸਤੇ ਅਸੀਂ ਬਣਾਇਆ ਨਹੀਂ ਸੀ। ਇੱਧਰ ਦਿਖਾਣਾ ਜ਼ਰਾ ਕਮਰਾ ਜਿਹੜਾ ਇਹ ਜਿਹੜੇ ਦੋਵੇਂ ਕਮਰੇ ਨੇ ਨਾ, ਇੱਧਰ ਕਰੋ ਕੈਮਰਾ, ਇੱਧਰ ਮੇਰੇ ਲਈ ਕਰੋ ਕੈਮਰਾ। ਆਹ ਜਿਹੜੇ ਦੋਨੇ ਕਮਰੇ ਨੇ ਇਹ ਅਸੀਂ ਆਪਣੇ ਹੋਰ ਇਸਤੇਮਾਲ ਵਾਸਤੇ ਬਣਾਏ ਸੀ। ਅਸੀਂ ਇਹ ਬੱਕਰੀਆਂ ਲਈ ਬਣਾਏ ਨਹੀਂ ਸੀ। ਇੱਥੇ ਤਾਂ ਐਵੇਂ ਜੁਗਾੜ ਲਾ ਕੇ ਬੱਕਰੀਆਂ ਕੀਤੀਆਂ। ਹੁਣ ਹੁੰਦਾ ਇਹ ਆ
ਜਦੋਂ ਸਰਦੀ ਦਾ ਮੌਸਮ ਆ ਜਾਂਦਾ ਨਾ, ਉਦੋਂ ਇੱਥੇ ਬੜਾ ਮਸਲਾ ਬਣਦਾ ਵਾ। ਥੱਲੋਂ ਜਗ੍ਹਾ ਥੋੜੀ ਹੁੰਦੀ ਹੈ ਜਾਂ ਜ਼ਿਆਦਾ ਹੁੰਦੀ, ਉਹ ਗਿੱਲੀ ਹੋ ਜਾਂਦੀ ਹੈ ਤਾਂ ਸੂਰਜ ਦੀ ਰੋਸ਼ਨੀ ਨਹੀਂ ਜਾਂਦੀ, ਹਵਾ ਨਹੀਂ ਜਾਂਦੀ। ਥੱਲੋਂ ਗਿੱਲ ਨੂੰ ਖ਼ਤਮ ਕਰਨ ਵਾਸਤੇ ਨਾ ਸਾਨੂੰ ਫਿਰ ਸਬਜ਼ ਚਾਰਾ ਅਸੀਂ ਬਹੁਤ ਕੰਮ ਦੇਈਦਾ, ਵੰਡਾ ਦੇਈਦਾ। ਔਰ ਅਸਰ ਤੋਂ ਪਹਿਲੇ ਅਸੀਂ ਇਹਨਾਂ ਦੇ ਕੋਲ ਪਾਣੀ ਵੀ ਚੱਕ ਲਈਦਾ, ਤਾਂ ਕਿ ਪਹਿਲੇ ਜਿੰਨੇ ਪਾਣੀ ਪੀ ਲਿਆ, ਬਾਕੀ ਆਪਣਾ ਪਿਸ਼ਾਬ ਵਗੈਰਾ ਸਾਰੀਆਂ ਬਾਹਰ ਕਰਨ। ਅੰਦਰ ਕੰਮ ਤੋਂ ਕੰਮ ਗਿੱਲ ਹੋਵੇ, ਫਿਰ ਅੰਦਰ ਡੇਲੀ ਬੇਸ ਦੇ ਉੱਤੇ ਸਾਨੂੰ ਇਹਨੂੰ ਖੁਸ਼ ਕਰਨਾ ਪੈਂਦਾ, ਤੇ ਫਿਰ ਜਾ ਕੇ। ਲੇਕਿਨ ਇਹ ਕਿ ਅਸੀਂ ਕਦੀ ਗਿੱਲੀ ਜਗ੍ਹਾ ਹੋਣ ਨਹੀਂ ਦਿੱਤੀ। ਮੇਰੀਆਂ ਬੜੀਆਂ ਵੀਡੀਓ DGF ਲਾਈਫ ਸਟਾਕ ਦੇ ਉੱਪਰ ਪਈਆਂ ਨੇ ਚੈਨਲ ਤੇ, ਉਹ ਤੇ ਮੈਂ ਰੈਗੂਲਰ ਦਿਖਾਉਂਦਾ ਰਿਹਾ ਸਰਦੀਆਂ ਦੇ ਵਿੱਚ ਕਿ ਇਹ ਚੀਜ਼ ਦੇਖ ਲਓ, ਇਹ ਧੂੜ ਉੱਡਦੀ ਅੰਦਰ। ਲੇਕਿਨ ਉਹਦਾ ਖਿਆਲ ਬਹੁਤ ਕੀਤਾ ਗਿਆ। ਅਗਰ ਸ਼ੈੱਡ ਉਸ ਤਰ੍ਹਾਂ ਦਾ ਹੋਏਗਾ ਨਾ, ਉਹ ਫਿਰ ਲੇਬਰ ਦੀ ਖਪਤ ਨਹੀਂ ਆਉਂਦੀ। ਉਹਦੇ ਅੰਦਰ ਇਹ ਹੈ ਕਿ ਤੁਸੀਂ ਪਰਦੇ ਥੱਲੇ ਕਰੋ, ਸਿੱਧੀ ਧੁੱਪ ਜਾਂਦੀ ਹੈ ਅੰਦਰ, ਸੂਰਜ ਨਿਕਲੇਗਾ, ਧੁੱਪ ਠੱਕ ਜਾਏਗੀ, ਮਾੜੀ ਜਿਹੀ ਪੰਜੀ ਮਾਰੋ, ਜਗ੍ਹਾ ਤੁਹਾਡੀ ਐ ਹੋ ਜਾਂਦੀ ਸਾਫ਼ ਸੁਥਰੀ। ਜਿਹੜਿਆਂ ਫਾਰਮਾਂ ਦੇ ਵਿੱਚ ਜਗ੍ਹਾ ਗਿੱਲੀ ਰਹਿ ਗਈ ਨਾ, ਉੱਥੋਂ ਨਾ ਬਿਮਾਰੀ ਨਿਕਲਦੀ ਹੈ, ਨਾ ਉੱਥੇ ਵਾਧਾ ਹੁੰਦਾ ਜਾਨਵਰ ਦਾ। ਉਹ ਨਿਰੀ ਟੈਨਸ਼ਨ ਰਹਿੰਦੀ ਫਾਰਮਰ ਨੂੰ। ਹਾਲਾਂਕਿ ਉਹਦਾ ਮੇਨ ਮਸਲਾ ਹੁੰਦਾ ਕਿ ਥੱਲੇ ਗਿੱਲ ਹੁੰਦੀ ਠੰਡ ਦੇ ਵਿੱਚ, ਜਾਨਵਰ ਨੂੰ ਨਮੂਨੀਆ, ਬਿਮਾਰ, ਨਜ਼ਲਾ ਜ਼ੁਕਾਮ ਜਾਂਦਾ ਹੀ ਨਹੀਂ। ਬਟ ਮੈਂ ਇਹ ਗੱਲ ਕਰ ਰਿਹਾ ਕਿ ਅਸੀਂ ਫਿਲਹਾਲ ਉੱਦਾਂ ਸ਼ੁਕਰ ਅਲਹਮਦੁਲਿਲਾ ਪ੍ਰੋਫਿਟ ਦੇ ਰਹੀਆਂ ਨੇ। ਕਿੰਨਾ ਦੇ ਰਹੀਆਂ ਨੇ, ਕੀ ਖਾ ਰਹੀਆਂ ਨੇ, ਐਕੂਰੇਟ ਫਿਗਰ ਨਹੀਂ ਹੈਗਾ ਕਿ ਮੈਂ ਤੁਹਾਨੂੰ ਕਹਾਂ ਨਹੀਂ ਮੇਰੇ ਕੋਲ 20 ਤੋਂ ਜ਼ਿਆਦਾ ਬੱਕਰੀਆਂ ਤੇ ਮੈਂ 30 ਲੱਖ ਕਮਾਇਆ। 30 ਲੱਖ ਵਾਲੀ ਤਾਂ ਮੇਰੀ ਆਮਦਨ ਨਹੀਂ ਹੈਗੀ ਹਜੇ, ਤੇ ਬਹੁਤ ਥੋੜੀ ਆਮਦਨ। ਬੱਕਰੇ ਹੀ ਵੇਚਣੇ ਆ, ਬੱਕਰੀਆਂ ਕਿਉਂਕਿ ਅਸੀਂ ਵੇਚਦੇ ਨਹੀਂ, ਪੱਠਾ ਵਗੈਰਾ ਵੇਚਦੇ ਨਹੀਂ। ਆਹ ਹੁਣ 2 ਪੱਠਾ ਆਹ ਹੁਣ ਐਸੇ ਸੀਜ਼ਨ 'ਚ ਪੈਦਾ ਹੋਈਆਂ ਨਿੱਕੀਆਂ ਲਾਲ, ਐਸੇ ਬੱਕਰੀ ਦੀਆਂ ਇਹ 2 ਧੀਆਂ ਨੇ। ਤੇ ਇਹ ਮਾਸ਼ਾਅੱਲਾ ਜਦੋਂ ਹੁਣ ਜਵਾਨ ਆ ਹੋ ਜਾਣੀਆਂ, ਹੋਰ 2-3 ਮਹੀਨੇ ਕਰਾਸ ਹੋਣ ਦੇ ਕਾਬਲ ਹੋ ਜਾਣੀਆਂ, ਤੇ ਗਾਂ ਇਹਨਾਂ ਨੇ ਵੀ ਬੱਚਿਆਂ ਤੇ ਆ ਜਾਣਾ। ਇਹਦੇ ਨਾਲ ਰਲਦੀਆਂ ਜਾਂਦੀਆਂ, ਉਹ ਖੜੀਆਂ ਨੇ ਵਿੱਚ ਜਿੰਨੇ ਨੇ, ਕੋਈ ਬੱਕਰੇ ਨੇ ਕੋਈ ਬੱਕਰੀਆਂ ਨੇ, ਇਹ ਰਲਦੀਆਂ ਰਹਿੰਦੀਆਂ ਨੇ। ਤੇ ਇਹ ਪ੍ਰੋਫਿਟ ਹੀ ਹੁੰਦਾ ਸਾਰਾ। ਅਗਰ ਇਹਨੂੰ ਜਦੋਂ ਫਿਰ ਪ੍ਰੋਫਿਟ ਬਣਾਉਣਾ ਹੁੰਦਾ ਨਾ, ਉਸ ਟਾਈਮ ਫਿਰ ਇਹਨਾਂ ਦੀ ਵੀ ਕੀਮਤ ਪੈਂਦੀ ਆ, ਬੱਕਰਿਆਂ ਦੀ ਵੀ ਕੀਮਤ ਪੈਂਦੀ ਆ, ਫਿਰ ਉਹ ਸਾਰਾ ਕੁਛ ਨਾ ਸਾਹਮਣੇ ਆ ਜਾਂਦਾ। ਲੇਕਿਨ ਮੈਂ ਅਗਰ 8 ਬੱਕਰੇ ਵੇਚੇ 50,000 ਦੇ ਨਾਲ ਵੀ ਵਿਕਿਆ, ਤੇ ਉਸ ਹਿਸਾਬ ਲਾ ਲਓ ਤੁਸੀਂ ਕਿ 4 ਲੱਖ ਰੁਪਏ ਮੇਰੇ ਕੋਲ ਆ ਗਿਆ। ਤੇ ਅਗਰ ਮੈਂ ਜ਼ਰਈ ਜ਼ਮੀਨ ਦਾ ਠੇਕਾ ਔਰ ਉਹਦਾ ਖਰਚਾ ਪਾਵਾਂ, ਤੇ ਲਗਭਗ ਮੇਰਾ ਨਹੀਂ ਖਿਆਲ ਕਿ ਉਹ 4 ਲੱਖ ਰੁਪਇਆ ਇੰਨੇ ਜਾਨਵਰ ਖਾ ਜਾਣਗੇ, ਨਹੀਂ ਖਾ ਸਕਦੇ। ਬਲਕਿ 100 ਜਾਨਵਰ ਜਿਹੜਾ ਹੋਏਗਾ 100 ਜਾਨਵਰ ਪਾਲ ਸਕਦਾ। ਸਬਜ਼ ਚਾਰੇ ਦੇ ਇਹ ਫਾਇਦੇ ਨੇ, ਦਿਹਾਤ ਦੇ ਵਿੱਚ ਰਹਿਣ ਦੇ ਇਹ ਫਾਇਦੇ ਨੇ ਅਗਰ ਬੱਕਰੀ ਪਾਲਣੀ ਹੈ। ਤੇ ਇਹੀ ਚੀਜ਼ ਅਗਰ ਸ਼ਹਿਰ 'ਚ ਰਹਿ ਕੇ ਆਪਾਂ ਕਰਾਂਗੇ ਨਾ, ਤਾਂ ਉੱਥੋਂ ਚਾਰਾ ਮੁੱਲ ਲੈਣਾ ਪੈਂਦਾ। ਔਰ ਚਾਰਾ ਇੰਨਾ ਮਹਿੰਗਾ ਰਿਹਾ ਨਾ ਪਿੱਛੇ ਤਕਰੀਬਨ 7-8 ਮਹੀਨੇ, 600-700 ਰੁਪਏ ਮਣ, 600, 500, 600, 700 ਮਣ। ਉਹ ਮਣ ਪੱਠੇ ਕੀ ਕਰਦੇ, ਨਾਲ ਤੂੜੀ ਦਾ ਵੀ ਰੇਟ ਆ। ਫਿਰ ਜੇ ਤੁਸੀਂ ਵੰਡਾ ਦੇਣਾ ਤੇ ਉਹ ਕਾਸਟ ਬੜੀ ਨਿਕਲ ਜਾਂਦੀ ਸੀ ਉਹਦੀ। ਉਹ ਇੱਕ ਜਾਨਵਰ ਨੂੰ ਤਾਂ ਤੁਸੀਂ 2 ਟਾਈਮ ਦੇ ਵਿੱਚ ਰੱਜ ਕੇ ਖਵਾਓ, ਉਹ ਪੱਠਿਆਂ ਨਾਲ ਹੀ ਤੁਹਾਨੂੰ 200 ਰੁਪਏ ਦੇ ਲਾਗੇ ਕਰ ਦਿੰਦਾ, ਵੰਡੇ ਛੰਡੇ ਪਾ ਕੇ। ਪਰ ਹਟ ਜਾ ਯਾਰ। ਤੇ ਬਾਕੀ ਮੈਂ ਦੋਸਤਾਂ ਨੂੰ ਮੈਂ ਕਿਹਾ ਜ਼ਰਾ ਦੱਸ ਦੇਵਾਂ ਕਿ ਐਡਾ ਜ਼ਿਆਦਾ ਉਹ ਨਹੀਂ ਹੈ। ਬਾਕੀ ਮੈਡੀਸਨ ਦਾ ਖਰਚਾ ਐਡਾ ਨਹੀਂ ਹੈ ਸਾਡਾ, ਵੈਕਸੀਨੇਸ਼ਨ ਹੈ ਨੇ, ਤੇ ਵੈਕਸੀਨੇਸ਼ਨ ਵਗੈਰਾ ਅਸੀਂ ਕਰਦੇ ਰਹਿੰਦੇ ਹਾਂ। ਦੂਸਰੇ ਨੰਬਰ 'ਤੇ ਪਲਾਈ ਸੈਂਟਰ ਦੀ ਮੈਂ ਵੀਡੀਓ ਲਾਈ ਨਹੀਂ। ਇਨਸ਼ਾਅੱਲਾ ਮੈਂ ਨਾ ਕੱਲ੍ਹ ਤੋਂ ਪਲਾਈ ਸੈਂਟਰ ਦੀ ਵੀਡੀਓ ਲਾਇਆ ਕਰਾਂਗਾ ਆਪਣੀ। ਜਿਹੜੇ ਵੱਛੇ ਅਸੀਂ ਪਾਲ ਰਹੇ ਹਾਂ, ਜਿਹੜੇ ਦੋਸਤ ਮੈਨੂੰ ਦੇਖਦੇ ਨੇ, ਉਹ ਵੱਛੇ ਦੇਣ ਟਾਈਮ ਨਾਲ। ਔਰ ਸਾਡੇ ਕੋਲ ਵੱਛੇ ਫਾਰ ਸੇਲ ਵਾਸਤੇ ਖੜੇ ਵੀ ਨੇ 3-4, ਜਿਨ੍ਹਾਂ ਨੇ ਖਰੀਦਣੇ ਆ ਉਹ ਮੇਰੇ ਨਾਲ ਰਾਬਤਾ ਵੀ ਕਰ ਲੈਣ। ਤੇ ਬੱਕਰੀਆਂ ਨਹੀਂ ਸੇਲ ਕਰਦੇ, ਬੱਕਰੀਆਂ ਜਿਹੜੀਆਂ ਸਾਡੇ ਕੋਲ ਉਹ ਅਸੀਂ ਤਾਂ ਹਜੇ ਆਪ ਹੀ ਖਰੀਦ ਰਹੇ ਹਾਂ। ਬਸ ਥੋੜ੍ਹਾ ਜਿਹਾ ਕੁਛ ਮੇਰੀ ਤਬੀਅਤ ਸਹੀ ਨਹੀਂ ਗਈ, ਤੇ ਕੁਛ ਥੋੜ੍ਹੀ ਮੇਰੀ ਆਪਣੀ ਮਸਰੂਫੀਅਤ ਵੀ ਆ, ਇਸ ਵਜ੍ਹਾ ਤੋਂ ਕਰਕੇ ਮੈਂ ਪ੍ਰੋਪਰ ਹਜੇ ਮੰਡੀਆਂ 'ਚ ਜਾ ਨਹੀਂ ਰਿਹਾ। ਤੇ ਇਨਸ਼ਾਅੱਲਾ ਸ਼ਾਇਦ ਇਸ ਹਫ਼ਤੇ ਵੀ ਨਾ ਜਾ ਹੋਵੇ, ਅਗਲੇ ਹਫ਼ਤੇ ਤੋਂ ਪ੍ਰੋਪਰ ਜਿਹੜਾ ਅਸੀਂ ਉਹ ਮੰਡੀਆਂ ਜਿਹੜੀਆਂ ਸਟਾਰਟ ਕਰ ਦਾਂਗੇ। ਤੇ ਬਕਾਇਦਾ ਤੁਹਾਨੂੰ ਵੱਛੇ ਦੀ ਵੀਡੀਓ ਦੇਖਣ ਨੂੰ ਮਿਲਿਆ ਕਰੇਗੀ। ਇੱਕ ਆ ਮੌਸਮ ਹੋ ਗਿਆ 5-7 ਦਿਨ, ਮੀਂਹ ਵੀ ਐਡਾ ਕੋਈ ਖਾਸ ਨਹੀਂ ਪਿਆ, ਲੇਕਿਨ ਖ਼ਰਾਬ ਆ। ਕਦੀ ਹਨੇਰੀ ਆ ਗਈ ਸ਼ਾਮ ਨੂੰ, ਕਦੀ ਬੱਦਲ ਆ ਗਿਆ, ਕਦੀ ਕੀ ਹੋ ਗਿਆ, ਕਦੀ ਛਿੱਟਾਂ ਚਾਰ ਪੈ ਗਈਆਂ। ਤੇ ਬਸ ਇੱਦਾਂ ਹੀ ਕਰਕੇ ਨਾ ਜ਼ਰਾ ਡਿਸਟਰਬ ਜਿਹਾ ਹੋਇਆ ਨਿਜ਼ਾਮ। ਬਾਕੀ ਇਨਸ਼ਾਅੱਲਾ ਬੱਕਰੀਆਂ ਲੈ ਕੇ ਜਾਵਾਂਗੇ, ਉਮੀਦ ਆ ਕੱਲ੍ਹ ਨੂੰ, ਮੇਰਾ ਕੱਲ੍ਹ ਨੂੰ ਜਾਣੀ ਹੈ ਨਾ ਬਾਹਰ। ਹਾਂਜੀ, ਕੱਲ੍ਹ ਨੂੰ ਲੈ ਕੇ ਜਾਵਾਂਗੇ ਬਾਹਰ, ਤੇ ਫਿਰ ਤੁਹਾਨੂੰ ਬਾਹਰ ਦੀ ਵੀ ਵੀਡੀਓ ਦਿਖਾਵਾਂਗੇ ਜਾ ਕੇ। ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਅੱਲਾ ਹਾਫਿਜ਼।